Get a little bit of gasoline. Welcome to another grind. I'ma make it burn. I'ma make it burn. I'ma make it burn. I'ma. Hey, morning guys. So in today's part, we're gonna look on what is DNS. DNS, guys. अगर असी पेनीट्रेशन टेस्टिंग दे बारे च सीखना चाहते हैं या पेनीट्रेशन टेस्टिंग नू डीपली अंडरस्टैंड करना चाहते हैं, सानू लाजिम DNS नू अंडरस्टैंड करने की ज़रूरत है. व्हाट इज़ अ DNS, व्हाट इज़ DDNS, व्हाट इज़ अ स्टैटिक IP एड्रेस. एक स्टैटिक IP एड्रेस की होंदा एंड व्हाट इज़ अ डायनामिक IP एड्रेस. एक डायनामिक IP एड्रेस की होंदा, राइट. ਤੁਸੀਂ ਸਾਡੀ CCNA ਦੀ ਜਿਹੜੀ ਸੀਰੀਜ਼ ਚੱਲ ਰਹੀ ਉਹਦੇ ਵਿੱਚ ਦੇਖਿਆ ਹੋਏਗਾ ਕਿ ਅਸੀਂ ISP ਜਿਹੜੇ ਸਰਵਿਸ ਪ੍ਰੋਵਾਈਡਰਸ ਨੇ ਉਹ ਡੋਮੇਨ ਨੇਮ ਕਿੱਦਾਂ ਅਸਾਈਨ ਕਰਦੇ ਨੇ, ਅਸੀਂ ਉਹਦੇ ਬਾਰੇ ਚਰਚਾ ਕਰਾਂਗੇ. ਐਂਡ ਪਲੱਸ ਤੁਹਾਡਾ ਜਿਹੜਾ ਸਵਿਚ ਹੈ ਲੋਕਲ ਏਰੀਆ ਨੈਟਵਰਕ 'ਤੇ ਉਹ ਕਿੱਦਾਂ IP ਐਡਰੈਸ ਦੀ ਰੇਂਜ ਬਣਾਉਂਦਾ ਹੈ. ਓਕੇ, ਅਸੀਂ ਉਹਦੇ ਬਾਰੇ 'ਚ ਵੀ ਥੋੜ੍ਹੀ ਜਿਹੀ ਚਰਚਾ ਕਰਾਂਗੇ. ਸੋ ਟੋਟਲ ਆਈਡੀਆ ਇਜ਼ ਟੂ ਅੰਡਰਸਟੈਂਡ DNS system. DNS is domain name system. Okay, ਹੁਣ earlier ਅਸੀਂ ਗੱਲ ਕਰਦੇ ਸੀਗੇ ਕਿ each computer, each server ਜੋ ਵੀ ਕਨੈਕਟਡ ਹੈ ਇੰਟਰਨੈਟ ਦੇ ਨਾਲ, ਵੈਬ ਦੇ ਨਾਲ, ਉਹਨਾਂ ਦੇ ਨਾਲ IP ਐਡਰੈਸ ਅਸਾਈਨਡ ਹੈ, ਸਬਨੈਟ ਮਾਸਕ ਅਸਾਈਨਡ ਹੈ ਐਂਡ default gateway, default DNS ਅਸਾਈਨਡ ਹੈ. ਓਕੇ, ਸੋ ਇੱਕ ਸਰਵਿਸ ਪ੍ਰੋਵਾਈਡਰ ਜਦੋਂ ਇੱਕ ਸਰਵਿਸ ਪ੍ਰੋਵਾਈਡ ਕਰਦਾ, ਇੱਕ ਤੁਹਾਨੂੰ ਆਫਿਸ ਦੇ ਵਿੱਚ ਜਾਂ ਘਰ ਦੇ ਵਿੱਚ ਕਨੈਕਸ਼ਨ ਦਿੰਦਾ, ਉਹ ਤੁਹਾਨੂੰ ਇੱਕ ਪਬਲਿਕ IP ਐਡਰੈਸ ਦੇ ਨਾਲ ਬਾਈਂਡ ਕਰਦਾ ਤਾਂ ਕਿ ਤੁਸੀਂ ਇੰਟਰਨੈਟ ਦੇ ਨਾਲ ਕਿਸੇ ਤਰੀਕੇ ਨਾਲ ਕਨੈਕਟਡ ਹੋ ਪਾਓ. ਮੇਕ ਸੈਂਸ ਕਿ ਤੁਹਾਡੇ ਨੈਟਵਰਕ ਨੂੰ ਪੂਰੇ ਦੁਨੀਆ ਦੇ ਨੈਟਵਰਕ ਦੇ ਨਾਲ, ਇੰਟਰਨੈਟ ਦੇ ਨਾਲ ਜੋੜਨ ਵਾਸਤੇ ਇੱਕ ਕਨੈਕਸ਼ਨ ਜ਼ਰੂਰੀ ਹੈ ਜਿਹਦੇ ਵਿੱਚ ਉਹ ਤੁਹਾਨੂੰ ਪਬਲਿਕ IP ਐਡਰੈਸ ਦੇ ਨਾਲ ਕਨੈਕਟ ਕਰਦਾ ਹੈ. ਹੁਣ ਜਿਹੜਾ ਇੰਟਰਨੈਟ ਸਰਵਿਸ ਪ੍ਰੋਵਾਈਡਰ ਆ ਉਹ ਹਰ ਇੱਕ ਸਰਵਿਸ ਜਿਹਨੂੰ ਸਰਵਿਸ ਦੇ ਰਿਹਾ ਉਹ ਸਾਰਿਆਂ ਨੂੰ ਇੰਡੀਵਿਜੂਅਲ ਸਟੈਟਿਕ IP ਐਡਰੈਸ ਜਿਹੜਾ ਆ ਇੱਕ IP ਐਡਰੈਸ ਜਿਹੜਾ ਅਸਾਈਨ ਨਹੀਂ ਕਰ ਸਕਦਾ ਕਿ ਇਹ ਤੁਹਾਡਾ ਪਬਲਿਕ IP ਐਡਰੈਸ ਹੈ, ਤੁਹਾਡਾ ਪਬਲਿਕ IP ਐਡਰੈਸ ਹੈ. ਇਟ ਕਾਸਟ, ਇਹ ਉਹਨਾਂ ਨੂੰ ਕਾਸਟ ਕਰਦਾ ਜੋ ਕਿ ਤੁਸੀਂ ਬਾਏ ਕਰ ਸਕਦੇ ਹੋ ਔਨ ਡਿਮਾਂਡ. ਤੁਸੀਂ ਇੱਕ ਪਰਟੀਕੂਲਰਲੀ ਪਬਲਿਕ IP ਐਡਰੈਸ ਬਾਏ ਕਰ ਸਕਦੇ ਹੋ. ਯੈਸ, ਯੂ ਕੈਨ ਹੈਵ ਯੂਰ ਓਨ ਪਰਟੀਕੂਲਰ IP ਐਡਰੈਸ. ਠੀਕ ਹੈ, ਅਸੀਂ ਉਹਦੇ ਬਾਰੇ 'ਚ ਗੱਲ ਕਰਾਂਗੇ. ਸੋ ਕੀ ਹੁੰਦਾ, ਇਹ ਜਿਹੜੇ IP ਐਡਰੈਸ ਹੁੰਦੇ ਆ ਜਦੋਂ ਆਪਾਂ ਨੈਟਵਰਕਿੰਗ ਦੇ ਵਿੱਚ ਜਾਂਦੇ ਆ, ਇਹਨਾਂ ਨੂੰ ਕਿਸੇ ਐਂਡ 'ਤੇ ਆ ਕੇ ਇੱਕ ਡੋਮੇਨ ਨੇਮ ਸਿਸਟਮ ਦੇ ਨਾਲ ਜੋੜਿਆ ਜਾਂਦਾ ਹੈ. ਡੋਮੇਨ ਮੀਨਸ xyz.com, abc.com, luckyconnections.com, forum.luckyconnections.com. ਕਰੈਕਟ. ਜਦੋਂ ਅਸੀਂ luckyconnections.com ਲਿਖਦੇ ਹਾਂ, ਕੰਪਿਊਟਰ ਨੂੰ ਕਹਿੰਦੇ ਜੀ ਜਾਓ ਜਾ ਕੇ ਲੱਭ ਕੇ ਲਿਆਓ luckyconnections.com, ਬੈਕ ਐਂਡ 'ਤੇ ਰਾਊਟਰ ਦੇ ਵਿੱਚ ਸਰਵਿਸ ਪ੍ਰੋਵਾਈਡਰ ਜਿਹੜਾ ਉਹ ਤੁਹਾਨੂੰ ਇੱਕ ਸਰਵਿਸ ਦਿੰਦਾ ਆ, ਉਹ DNS ਦੀ ਸਰਵਿਸ ਦਿੰਦਾ ਆ. ਉਹ DNS ਉਹ ਜਿਹੜਾ ਡੋਮੇਨ ਹੈ luckyconnections.com, ਉਹ ਜਾ ਕੇ ਦੇਖਦਾ ਆ ਕਿ ਉਹਦੇ ਰੈਕਡ ਦੇ ਵਿੱਚ ਇਹ ਕਿਹੜੇ IP ਐਡਰੈਸ ਨੂੰ ਅਸਾਈਨਡ ਆ, ਪੁਆਇੰਟਡ ਆ. ਓਕੇ, ਉਹਦੇ ਰੈਕਡਸ ਦੇ ਵਿੱਚ ਇਹ DNS ਦਾ ਵਰਕ ਆ. ਸੋ ਐਵਰੀ ਡੋਮੇਨ, ਜੋ ਡੋਮੇਨ ਕ੍ਰੀਏਟ ਕੀਤੇ ਜਾਂਦੇ ਆ, ਰਜਿਸਟਰ ਕੀਤੇ ਜਾਂਦੇ ਆ, ਉਹ ਕਿਸੇ ਨਾ ਕਿਸੇ DNS ਦੇ ਨਾਲ, ਡੋਮੇਨ ਨੇਮ ਸਰਵਿਸ ਦੇ ਨਾਲ ਕਨੈਕਟਡ ਆ ਇੰਟਰਨੈਟ ਨਾਲ. ਓਕੇ, ਸੋ ਕੋਈ ਨਾ ਕੋਈ ਅਗਰ ਤੁਸੀਂ .com ਜਾਂਦੇ ਹੋ, ਕੋਈ ਨਾ ਕੋਈ ਉਸ ਚੀਜ਼ ਦਾ ਜ਼ਿੰਮੇਵਾਰ ਹੈ ਉਹਨੂੰ ਪੁਆਇੰਟ ਕਰਨ ਦਾ ਕਿ ਯੈਸ ਦਿਸ ਡੋਮੇਨ ਨੇਮ ਇਜ਼ ਪੁਆਇੰਟਿੰਗ ਟੂਵਰਡਸ ਦਿਸ IP ਐਡਰੈਸ. ਓਕੇ, ਅੱਛਾ, ਜਦੋਂ ਅਸੀਂ ਇੰਟਰਨੈਟ ਦੀ ਸਰਵਿਸ ਲੈ ਲਈ, ਹੁਣ ਅਸੀਂ ਘਰ ਦੇ ਵਿੱਚ ਜਾਂ ਆਫਿਸ ਦੇ ਵਿੱਚ ਕੁਝ ਇਨਵਾਇਰਮੈਂਟ ਕ੍ਰੀਏਟ ਕੀਤਾ, ਸਾਨੂੰ ਕਨੈਕਟੀਵਿਟੀ ਬਾਹਰੋਂ ਆਉਣ ਦੀ ਜ਼ਰੂਰਤ ਹੈ. ਹੁਣ ਸਾਨੂੰ ਮੀਨਸ ਸਾਨੂੰ ਇੱਕ ਸਟੈਟਿਕ IP ਐਡਰੈਸ ਚਾਹੀਦਾ, ਪਬਲਿਕ IP ਐਡਰੈਸ ਚਾਹੀਦਾ ਜਿਹਦੇ ਥਰੂ ਅਸੀਂ ਬਾਹਰੋਂ ਐਂਟਰੀ ਕਰ ਸਕੀਏ ਆਪਣੇ ਨੈਟਵਰਕ ਨੂੰ. ਰਾਈਟ, ਮੇਕ ਸੈਂਸ ਔਰ ਨਾਟ. ਅਸੀਂ ਕੈਮਰਾ ਸਿਸਟਮ ਲਾਏ ਆ, ਅਸੀਂ ਕੁਝ XYZ IoT ਸਰਵਿਸਿਜ਼ ਲਾਈਆਂ ਕੁਛ, ਹੈ ਨਾ, ਜਿੱਦਾਂ ਕਿ ਮੈਂ ਆਪਣੇ ਘਰ ਥਰਮੋਮੀਟਰ ਵਗੈਰਾ ਲਾਏ ਹੋਏ ਆ. ਰਾਈਟ, it just give you range of services you can have, but ਤੁਹਾਨੂੰ ਬਾਹਰੋਂ ਐਂਟਰ ਕਰਨ ਦੀ ਸਰਵਿਸ ਚਾਹੀਦੀ ਹੈ, IP ਐਡਰੈਸ ਚਾਹੀਦਾ.
ਉਹਦੇ ਵਾਸਤੇ ਇੱਕ ਤੁਹਾਨੂੰ ਸਟੈਟਿਕ IP ਐਡਰੈਸ, ਫੋਰ ਐਗਜ਼ਾਮਪਲ 172.16.1.100, if that is my static IP address and I can always ping from outside, ਮੈਂ ਬਾਹਰ ਦੇ ਨੈਟਵਰਕ ਤੋਂ ਕਿਸੇ ਟਾਈਮ ਵੀ ਪਿੰਗ ਕਰਕੇ ਐਕਸੈਸ ਕਰਕੇ ਆਪਣੇ ਨੈਟਵਰਕ ਨੂੰ ਐਕਸੈਸ ਕਰ ਸਕਦਾ। ਕੋਈ ਵੀ ਸਰਵਿਸਿਜ਼ ਹੋਤੇ, ਸਰਵਰ ਆ ਜਾਂ ਕੋਈ ਸਟ੍ਰੀਮਿੰਗ ਸਰਵਰ ਆ, ਸਰਵਿਸਿਜ਼ ਆ ਜਾਂ XYZ, okay? Now ਸਰਵਿਸ ਪ੍ਰੋਵਾਈਡਰ ਜਿਹੜਾ ਉਹ DNS ਦੀ ਸਰਵਿਸ ਤੁਹਾਨੂੰ ਦੇ ਰਿਹਾ, ਰਾਈਟ, ਕਿ ਹਾਂਜੀ ਮੈਂ ਡੋਮੇਨ ਨੇਮ ਰਿਜ਼ੋਲਵ ਕਰਕੇ ਤੁਹਾਨੂੰ ਦੇਵਾਂਗਾ। ਅਗਰ ਤੁਸੀਂ ਮੈਨੂੰ ਕੋਈ ਡੋਮੇਨ ਨੇਮ ਪੁੱਛਦੇ ਮੈਂ ਉਹਨੂੰ ਰਿਜ਼ੋਲਵ ਕਰਕੇ ਦੇਵਾਂਗਾ ਆਪਣੇ ਨੈਟਵਰਕ ਦੇ ਵਿੱਚੋਂ। ਅਪਾਰਟ ਫਰੋਮ ਦੈਟ ਦੇਰ ਆਰ ਅਦਰ ਸਰਵਿਸ ਪ੍ਰੋਵਾਈਡਰਸ, ਉਹਨਾਂ ਦਾ ਨਾਮ ਹੈ ਡਾਇਨਾਮਿਕ DNS। ਉਹ ਡਾਇਨਾਮਿਕ DNS ਦੀ ਸਰਵਿਸ ਦਿੰਦੇ ਆ। ਕੀ ਡਾਇਨਾਮਿਕ DNS ਦੀ ਸਰਵਿਸ ਦਿੰਦਾ ਮੀਨਸ, ਦੇਖੋ ਹੁਣ ਇੱਕ ਮੈਂ ਅਰਲੀਅਰ ਐਗਜ਼ਾਮਪਲ ਦਿੱਤੀ ਹੈ ਕਿ ਜਿਹੜਾ ਇੰਟਰਨੈਟ ਸਰਵਿਸ ਪ੍ਰੋਵਾਈਡਰ ਆ ਉਹ ਹਰ ਇੱਕ ਘਰ ਨੂੰ ਜਾਂ ਹਰ ਇੱਕ ਆਫਿਸ ਨੂੰ ਇੱਕ ਸਟੈਟਿਕ ਪਬਲਿਕ IP ਐਡਰੈਸ ਨਹੀਂ ਦੇ ਸਕਦਾ। ਸੋ ਇਸ ਕਰਕੇ ਵਟ ਦੇ ਡੂ ਇਜ਼ ਦੇ ਸ਼ਫਲ, ਉਹ ਸ਼ਫਲ ਕਰਦੇ ਨੇ 5 IP ਐਡਰੈਸ 500 ਸਰਵਿਸ ਵਾਲਿਆਂ ਨੂੰ ਵੰਡੇ ਹੋ ਗਏ ਆ ਐਕਸਕਿਊਜ਼ 5 ਐਡਰੈਸ 500 ਸਰਵਿਸ ਵਾਲਿਆਂ ਨੂੰ ਵੰਡੇ ਹੋਏ ਆ ਕਿ 500 ਸਰਵਿਸ ਵਾਲੇ ਜਿਹੜੇ ਨੇ ਉਹ ਸੇਮ ਐਡਰੈਸ ਉਹ ਸ਼ਫਲ ਹੋਣਗੇ ਆਲ ਦ ਟਾਈਮ। ਮੈਂ ਐਗਜ਼ਾਮਪਲ ਦਿੱਤੀ ਹੈ 5 ਨਾਲ 5 ਵੀ ਹੋ ਸਕਦੇ, 5 ਨਾਲ 50 ਵੀ ਹੋ ਸਕਦੇ ਆ। ਇਟਸ ਕਾਲਡ ਸ਼ੇਅਰਡ IP ਐਡਰੈਸ। ਉਹ ਇੱਕ IP ਐਡਰੈਸ ਪਬਲਿਕ IP ਐਡਰੈਸ ਉਹ ਸ਼ਫਲ ਕੀਤੇ ਜਾਂਦੇ ਆ, ਸ਼ੇਅਰ ਕੀਤੇ ਜਾਂਦੇ ਆ, ਇੱਕ ਔਰ ਮੈਨੀ ਵਟਐਵਰ, ਓਕੇ। ਦੈਟ ਇਜ਼ ਇੰਟਰਨੈਟ ਸਰਵਿਸਿਜ਼ ਵਾਲੇ ਜਿਹੜੇ ਪ੍ਰੋਵਾਈਡਰਸ ਹੁੰਦੇ ਆ ਉਹਨਾਂ ਦੀ ਆਪਣੀਆਂ ਪਾਲਿਸੀਜ਼ ਨੇ, ਪ੍ਰੋਸੀਜਰਸ ਨੇ, ਹਾਊ ਦੇ ਮੈਨੇਜ ਦੇਅਰ ਸਰਵਿਸਿਜ਼, ਓਕੇ। This is not we're gonna talk about. So the idea is to understand DNS service. Now, service provider like noip.com. Okay, noip.com ਕੀ ਸਰਵਿਸ ਦਿੰਦੇ ਜੀ? ਤੁਸੀਂ ਸਾਡੇ ਕੋਲ ਆਓ, ਸਾਡੇ ਨਾਲ ਯੂਜ਼ਰਨੇਮ ਪਾਸਵਰਡ ਬਣਾਓ, ਸਾਡਾ ਯੂਜ਼ਰਨੇਮ ਪਾਸਵਰਡ ਜਾਂ ਸਾਡੇ ਕ੍ਰੈਡੈਂਸ਼ੀਅਲਸ ਤੁਸੀਂ ਰਾਊਟਰ ਦੇ ਵਿੱਚ ਪਾਓ ਤੇ ਤੁਹਾਨੂੰ ਅਸੀਂ ਇੱਕ ਸਬ ਡੋਮੇਨ ਦੇਵਾਂਗੇ ਜੋ ਕਿ ਆਲਵੇਜ਼ ਉਹੀ ਰਹੇਗਾ। ਮੀਨਸ ਕਿ ਨੋ ਮੈਟਰ ਤੁਹਾਡਾ IP ਐਡਰੈਸ ਕਿਸੇ ਵੇਲੇ ਵੀ ਚੇਂਜ ਹੋਵੇ ਜਾਂ ਨਾ ਹੋਵੇ, ਇਹ ਜਿਹੜਾ ਡੋਮੇਨ ਨੇਮ ਤੁਹਾਨੂੰ ਅਸੀਂ ਦੇ ਰਹੇ ਹਾਂ ਇਹ ਆਲਵੇਜ਼ ਤੁਹਾਡੇ ਹੀ ਨੈਟਵਰਕ ਨੂੰ ਪੁਆਇੰਟ ਕਰੇਗਾ। ਇਹ ਸਮਝਣ ਦੀ ਗੱਲ ਹੈ। ਇੱਕ ਸਬ ਡੋਮੇਨ ਉਹਨਾਂ ਨੇ ਕ੍ਰੀਏਟ ਕਰਕੇ ਦੇ ਦਿੱਤਾ, ਉਹਨਾਂ ਨੇ ਆਪਣੀਆਂ ਸੈਟਿੰਗਸ ਤੁਹਾਡੇ ਰਾਊਟਰ ਦੇ ਵਿੱਚ, ਹੈ ਨਾ, ਐਂਡ ਦੈਨ ਜੇ ਤੁਹਾਡੇ ਰਾਊਟਰ ਦੇ ਵਿੱਚ ਕੋਈ ਇੱਦਾਂ ਦੀਆਂ ਸੈਟਿੰਗਸ ਨਹੀਂ ਹੈ, ਉਹਨਾਂ ਦਾ ਇੱਕ ਪਰਟੀਕੂਲਰ ਸਾਫਟਵੇਅਰ ਹੈ, ਉਹ ਸਾਫਟਵੇਅਰ ਤੁਸੀਂ ਇੰਸਟਾਲ ਕਰ ਲਓ ਕੰਪਿਊਟਰ 'ਤੇ ਐਂਡ ਉਹਨਾਂ ਦੇ ਕ੍ਰੈਡੈਂਸ਼ੀਅਲਸ, ਯੂਜ਼ਰਨੇਮ ਪਾਸਵਰਡ ਪਾ ਦਿਓ ਐਂਡ ਐਨੀ ਟਾਈਮ ਤੁਹਾਡਾ ਜਿਹੜਾ IP ਐਡਰੈਸ ਸਰਵਿਸ ਪਬਲਿਕ IP ਐਡਰੈਸ ਚੇਂਜ ਹੁੰਦਾ ਆ ਉਹ ਜਾ ਕੇ ਉੱਥੇ ਰਿਪੋਰਟ ਕਰਦਾ ਆ, ਬਟ ਤੁਹਾਡਾ ਸਬ ਡੋਮੇਨ ਕਦੇ ਨਹੀਂ ਚੇਂਜ ਹੁੰਦਾ। ਸਬ ਡੋਮੇਨ ਸਟੇਜ਼ ਸੇਮ, ਓਕੇ, sub domain stays same. So that is the idea to understand always. Now another thing is okay, now ਤੁਹਾਨੂੰ ਸਮਝ ਆ ਗਈ ਹੈ static IP address ਕੀ ਹੈ, ਕਿ ਇੱਕ ਤੁਸੀਂ ਆਪਣਾ ਵੀ ਪੈਸੇ ਦੇ ਕੇ ਖਰੀਦ ਸਕਦੇ ਹੋ ਸਰਵਿਸ ਪ੍ਰੋਵਾਈਡਰ ਨੂੰ XYZ ਅਮਾਊਂਟ ਤੇ 2000 3000 ਪਰ ਮੰਥ, ਕੁਛ ਐਦਾਂ ਐਕਸ ਅਮਾਊਂਟ ਤੇ ਡਿਪੈਂਡ ਔਨ ਕਿਹੜੇ ਏਰੀਆ ਦੇ ਵਿੱਚ ਤੁਸੀਂ ਰਹਿੰਦੇ ਹੋ, ਕਿੱਥੇ ਰਹਿੰਦੇ ਹੋ, ਉਹਦੇ ਅਕੋਰਡਿੰਗਲੀ ਤੁਸੀਂ ਜਿਹੜਾ IP ਐਡਰੈਸ ਸਟੈਟਿਕਲੀ ਬਾਏ ਕਰ ਸਕਦੇ ਹੋ ਆਪਣੀ ਫੀਸ ਦੇ ਕੇ, ਆਪਣੇ ਮੰਥਲੀ ਜੋ ਵੀ ਚਾਰजेस ਹੈਗੇ। ਜੇ ਤੁਸੀਂ ਉਹਨੂੰ ਡਾਇਨਾਮਿਕਲੀ ਲੈਣਾ ਚਾਹੁੰਦੇ ਹੋ, ਥਰਡ ਪਾਰਟੀ ਸਰਵਿਸ ਲੈਣਾ ਚਾਹੁੰਦੇ ਹੋ, ਤੁਸੀਂ ਨੋ IP ਸਰਵਿਸ ਵਗੈਰਾ ਤੋਂ ਲੈ ਸਕਦੇ ਹੋ। ਓਕੇ ਗਾਇਜ਼, ਮੈਨੂੰ ਉਮੀਦ ਹੈ ਕਿ ਤੁਹਾਨੂੰ DNS ਦੇ ਬਾਰੇ 'ਚ, DDNS ਦੇ ਬਾਰੇ 'ਚ, ਸਟੈਟਿਕ IP ਐਡਰੈਸ ਦੇ ਬਾਰੇ 'ਚ ਤੇ ਡਾਇਨਾਮਿਕ IP ਐਡਰੈਸ ਦੇ ਬਾਰੇ 'ਚ। ਡਾਇਨਾਮਿਕ IP ਐਡਰੈਸ ਵਨ ਮੋਰ ਟਾਈਮ, ਜਦੋਂ ਅਸੀਂ ਆਪਣਾ ਡਾਇਨਾਮਿਕ DHCP ਤੁਸੀਂ ਮੋਸਟਲੀ ਰਾਊਟਰਸ ਦੇ ਵਿੱਚ ਦੇਖਿਆ ਹੋਏਗਾ, ਜਦੋਂ ਵੀ ਤੁਸੀਂ ਰਾਊਟਰ ਨੂੰ ਲੌਗਇਨ ਕਰੋਗੇ ਤੇ ਉਹਨੂੰ ਦੇਖਿਆ ਹੋਏਗਾ ਤੁਸੀਂ ਆਲਵੇਜ਼ DHCP ਡਾਇਨਾਮਿਕ ਹੋਸਟ, ਰਾਈਟ, ਕ੍ਰੀਏਸ਼ਨ ਪ੍ਰੋਟੋਕਾਲ ਵਗੈਰਾ ਵਗੈਰਾ। ਸੋ ਉਹਦੇ ਵਿੱਚ ਦੇਖੋ ਉਹ ਤੁਸੀਂ ਇੱਕ LAN ਦਾ ਨੈਟਵਰਕ, ਇੱਕ ਡੀਫਾਲਟ ਜਿਹੜਾ IP ਐਡਰੈਸ ਸੈੱਟ ਕਰਕੇ ਤੁਸੀਂ ਆਪਣਾ LAN ਦਾ ਇਨਵਾਇਰਨਮੈਂਟ ਖੁਦ ਕ੍ਰੀਏਟ ਕਰ ਰਹੇ ਹੋ ਆਪਣੇ ਲੋਕਲ ਏਰੀਆ ਦੇ ਵਿੱਚ। ਲੋਕਲ ਏਰੀਆ ਨੈਟਵਰਕ, ਦੈਟਸ ਵਾਟ ਇਟ ਕਾਲਸ, ਜਿਹਦੇ ਵਿੱਚ ਤੁਸੀਂ ਆਪਣੀ ਰੇਂਜ ਦੇ ਸਕਦੇ ਹੋ ਵਾਟਐਵਰ ਤੁਸੀਂ ਚਾਹੁੰਦੇ ਹੋ, ਰਾਈਟ। ਜੋ ਵੀ ਕੰਪਿਊਟਰ ਉਸ ਨੈਟਵਰਕ ਨਾਲ ਕਨੈਕਟ ਹੋਏਗਾ, ਰਾਊਟਰ ਉਹਨੂੰ ਆਟੋਮੈਟਿਕਲੀ ਇੱਕ ਨਵਾਂ IP ਐਡਰੈਸ ਕ੍ਰੀਏਟ ਕਰਕੇ ਦੇ ਦੇਗਾ। ਦੈਟਸ ਡਾਇਨਾਮਿਕ, ਉਹਨੂੰ ਇੱਕ ਸਟੈਟਿਕ ਨਹੀਂ ਦਿੱਤਾ ਹੋਇਆ। ਵਰਸਿਸ ਤੁਸੀਂ ਰਾਊਟਰ ਦੇ ਵਿੱਚ ਜਾਂ ਇੰਡੀਵਿਜੂਅਲ ਕੰਪਿਊਟਰ ਦੇ ਵਿੱਚ ਜਾ ਕੇ ਉਹਨੂੰ ਇੱਕ ਸਟੈਟਿਕ IP ਐਡਰੈਸ ਖੁਦ ਵੀ ਅਸਾਈਨ ਕਰ ਸਕਦੇ ਹੋ ਕਿ ਤੇਰਾ IP ਐਡਰੈਸ ਇਹੀ ਹੈ ਜੀ, ਕਦੇ ਚੇਂਜ ਨਹੀਂ ਹੋਏਗਾ।
ਐਂਡ ਰਾਊਟਰ ਦੇ ਵਿੱਚ ਵੀ ਜਾ ਕੇ ਕਹਿ ਸਕਦੇ ਹੋ ਕਿ ਇਹ ਕੰਪਿਊਟਰ ਜਦੋਂ ਵੀ ਕਨੈਕਟ ਹੋਵੇ ਇਹਦਾ IP ਐਡਰੈਸ ਇਹੀ ਰਹਿਣਾ ਚਾਹੀਦਾ ਹੈ। ਓਕੇ, ਦੈਟਸ ਸਟੈਟਿਕ IP ਐਡਰੈਸ। ਤੁਸੀਂ ਇੱਕ ਅਸਾਈਨ ਕਰ ਦਿੰਦੇ ਹੋ ਤੇਰੇ ਘਰ ਦਾ ਐਡਰੈਸ ਇਹੀ ਹੈ ਜੀ, ਬਸ। ਤੂੰ ਕਦੇ ਵੀ ਇੰਟਰਨੈਟ ਨਾਲ ਜੁੜਨਾ ਹੈ, ਦਿਸ ਇਜ਼ ਹਾਊ ਯੂ ਗੋਣਾ ਜੁਆਇਨ। ਔਰ ਰਾਊਟਰ ਦੇ ਵਿੱਚ ਵੀ ਤੁਸੀਂ ਕਹਿ ਸਕਦੇ ਹੋ ਵਾਈਸ ਵਰਸਾ, ਉਹ ਕਦੇ ਨਹੀਂ ਚੇਂਜ ਹੋਏਗਾ। ਫਿਰ ਇਹਦਾ ਮਤਲਬ ਕਿ ਤੁਸੀਂ ਉਹਨੂੰ ਉਸ ਸਰਵਰ ਨੂੰ, ਉਸ ਕੰਪਿਊਟਰ ਨੂੰ ਇੱਕ ਪੋਰਟ ਦੇ ਦਿਓਗੇ ਸਰਵਿਸ ਦੀ, ਤੁਸੀਂ ਬਾਹਰੋਂ ਕਦੇ ਵੀ ਕਨੈਕਟ ਕਰ ਰਹੇ ਹੋ ਉਹ ਸਟੈਟਿਕ IP ਐਡਰੈਸ ਹਮੇਸ਼ਾ ਉਹੀ ਰਹੇਗਾ। ਓਕੇ, ਅਸੀਂ ਪੋਰਟ ਫਾਰਵਰਡਿੰਗ ਦੇ ਬਾਰੇ 'ਚ ਲੇਟਰ ਗੱਲ ਕਰਾਂਗੇ। For today is the DNS. Thank you very much, guys. Get a little bit of gasoline. Welcome to another grind. I'ma make it burn. I'ma make it burn. I'ma make it burn. I'ma